ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਬਾਬਾ ਨੰਦ ਸਿੰਘ ਜੀ ਦਾ ਮੇਲ ਕਲਯੁਗ ਦੇ ਨਾਲ ਹੋਇਆ, ਬਾਬਾ ਨੰਦ ਸਿੰਘ ਜੀ ਨੇ ਕਲਯੁਗ ਦੀ ਸੋਟੀ ਕਿਉਂ ਮਾਰੀ? ਕਲਯੁਗ ਇੰਨਾ ਡਰਿਆ ਹੋਇਆ ਕਿਉਂ ਸੀ? ਕਲਯੁਗ ਦੀ ਕਮਜ਼ੋਰੀ ਕੀ ਹੈ? ਬਾਬਾ ਨੰਦ ਸਿੰਘ ਜੀ ਦੇ ਬਚਨਾਂ ਨੂੰ ਸਰਵਣ ਕਰਿਓ। ਜਿਹੜੀ ਸਾਧ ਸੰਗਤ ਚੈਨਲ ਤੇ ਪਹਿਲੀ ਵਾਰ ਆਈ ਹੈ, ਲਾਲ ਬਟਨ ਨੂੰ ਨੱਪ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਬਾਬਾ ਨੰਦ ਸਿੰਘ ਜੀ ਦੇ ਜੀਵਨ ਬਾਰੇ ਅਤੇ ਉਹਨਾਂ ਦੇ ਬਚਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ। ਇੱਕ ਵਾਰ ਬਾਬਾ ਨੰਦ ਸਿੰਘ ਜੀ ਝੱਗ ਮਘਿਆਣੇ ਵਿਖੇ ਸਿਮਰਨ ਕਰ ਰਹੇ ਸਨ। ਬਾਬਾ ਨੰਦ ਸਿੰਘ ਜੀ ਲਗਾਤਾਰ ਸਿਮਰਨ ਭਗਤੀ ਦੇ ਵਿੱਚ ਜੁਟੇ ਹੋਏ ਸਨ। ਕਲਯੁਗ ਬਾਬਾ ਨੰਦ ਸਿੰਘ ਜੀ ਨੂੰ ਦੇਖ ਕੇ ਉਹਨਾਂ ਦੇ ਕੋਲ ਆਇਆ ਅਤੇ ਆਖਰ ਕਲਯੁਗ ਨੇ ਬਾਬਾ ਨੰਦ ਸਿੰਘ ਜੀ ਦੀ ਭਗਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਪਹਿਲਾਂ ਅੱਗ ਸੁੱਟੀ, ਉਸ ਤੋਂ ਬਾਅਦ ਪੱਥਰ ਸੁੱਟੇ, ਪਰ ਬਾਬਾ ਨੰਦ ਸਿੰਘ ਜੀ ਭਗਤੀ ਦੇ ਵਿੱਚ ਲਗਾਤਾਰ ਲੀਨ ਸਨ। ਉਹਨਾਂ ਨੇ ਕੋਈ ਵੀ ਧਿਆਨ ਨਾ ਦਿੱਤਾ ਅਤੇ ਇੱਥੇ ਕਲਯੁਗ ਫੇਲ ਹੋ ਗਿਆ। ਕਲਯੁਗ ਤੋਂ ਬਾਬਾ ਨੰਦ ਸਿੰਘ ਜੀ ਦੀ ਭਗਤੀ ਭੰਗ ਨਾ ਹੋਈ। ਅੰਤ ਕਲਯੁਗ ਨੇ ਆਪਣਾ ਭਿਆਨਕ ਰੂਪ ਧਾਰਨ ਕੀਤਾ। ਭਿਆਨਕ ਰੂਪ ਧਾਰਨ ਕਰਨ ਤੋਂ ਬਾਅਦ ਉਹ ਬਾਬਾ ਨੰਦ ਸਿੰਘ ਜੀ ਦੇ ਸਾਹਮਣੇ ਆਇਆ। ਉਸ ਦਾ ਬੜਾ ਹੀ ਭਿਆਨਕ ਰੂਪ ਸੀ। ਉਸ ਦੇ ਵੱਡੇ ਵੱਡੇ ਦੰਦ ਸਨ। ਉਸ ਦਾ ਸਰੀਰ ਬਿਰਛ ਵਾਂਗ ਫੈਲ ਰਿਹਾ ਹੋਇਆ ਸੀ, ਬਹੁਤ ਖਤਰਨਾਕ ਲੱਗ ਰਿਹਾ ਸੀ ਅਤੇ ਉਸ ਦੀਆਂ ਅੱਖਾਂ ਵੱਡੀਆਂ ਵੱਡੀਆਂ ਅੱਗ ਵਾਂਗ ਚਮਕ ਰਹੀਆਂ ਸਨ। ਬਾਬਾ ਜੀ ਨੇ ਉਸ ਤੋਂ ਪੁੱਛਿਆ ਕਿ ਹਾਂ ਭਾਈ, ਤੁਸੀਂ ਕੌਣ ਹੋ ਅਤੇ ਇੱਥੇ ਕੀ ਕਰ ਰਹੇ ਹੋ? ਕਲਯੁਗ ਕੁਝ ਨਾ ਬੋਲਿਆ। ਬਾਬਾ ਜੀ ਨੇ 2-3 ਵਾਰ ਹੋਰ ਪੁੱਛਿਆ ਕਿ ਤੁਸੀਂ ਕੌਣ ਹੋ ਅਤੇ ਇੱਥੇ ਕੀ ਲੈਣ ਵਾਸਤੇ ਆਏ ਹੋ? ਆਖਰ ਬਾਬਾ ਜੀ ਕੋਲ ਇੱਕ ਡੰਡਾ ਸੀ। ਬਾਬਾ ਜੀ ਨੇ ਉਸ ਡੰਡੇ ਨੂੰ ਘੁਮਾ ਕੇ ਉਸ ਉੱਤੇ ਮਾਰਿਆ ਅਤੇ ਫਿਰ ਕਲਯੁਗ ਬੋਲਿਆ ਕਿ ਮੈਂ ਕਲਯੁਗ ਹਾਂ, ਇਸ ਯੁੱਗ ਦਾ ਰਾਜਾ ਹਾਂ। ਤਾਂ ਕਲਯੁਗ ਕਹਿੰਦਾ ਕਿ ਤੁਸੀਂ ਮੇਰੇ ਵਿਰੁੱਧ ਮੇਰੇ ਰਾਜ ਦੇ ਵਿੱਚ ਕੰਮ ਕਰ ਰਹੇ ਹੋ, ਇਸ ਕਰਕੇ ਮੈਂ ਦੁਖੀ ਹਾਂ। ਭਾਵ ਉਸ ਵਕਤ ਕਲਯੁਗ ਦਾ ਕਹਿਣਾ ਸੀ ਕਿ ਤੁਸੀਂ ਕਲਯੁਗ ਦੇ ਵਿੱਚ ਜੋ ਇਸ ਟਾਈਮ ਚੱਲ ਰਿਹਾ ਹੈ ਯੁੱਗ ਦਾ, ਤੁਸੀਂ ਭਗਤੀ ਕਰ ਰਹੇ ਹੋ, ਪਰਮਾਤਮਾ ਦਾ ਨਾਮ ਜਪ ਰਹੇ ਹੋ, ਮੈਂ ਇਸ ਤੋਂ ਬਹੁਤ ਦੁਖੀ ਹਾਂ। ਬਾਬਾ ਜੀ ਨੇ ਉਸ ਤੋਂ ਪੁੱਛਿਆ ਕਿ ਤੂੰ ਕਿਉਂ ਦੁਖੀ ਹੈ? ਕਲਯੁਗ ਨੇ ਦੱਸਿਆ ਕਿ ਮੈਂ ਸਾਰਿਆਂ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਰੂਪ ਧਾਰਨ ਕਰਕੇ ਸਾਰਿਆਂ ਨੂੰ ਗਲਤ ਕੰਮਾਂ ਦੇ ਵਿੱਚ ਲਾਇਆ ਹੈ, ਪਰ ਤੁਸੀਂ ਭਗਤੀ ਸਿਮਰਨ ਕਰਕੇ ਅਤੇ ਸਿਮਰਨ ਦਾ ਛਿੱਟਾ ਦੇ ਕੇ ਸਾਰੀ ਅੱਗ ਨੂੰ ਬੁਝਾ ਰਹੇ ਹੋ। ਤਾਂ ਕਲਯੁਗ ਨੇ ਕਿਹਾ ਕਿ ਤੁਸੀਂ ਮੇਰੇ ਰਾਜ ਨੂੰ ਭੰਗ ਕਿਉਂ ਕਰਨ ਲੱਗੇ ਹੋ? ਕਲਯੁਗ ਨੇ ਇੱਥੇ ਬਾਬਾ ਨੰਦ ਸਿੰਘ ਜੀ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਅਤੇ ਕਿਹਾ ਤੁਸੀਂ ਭਗਤੀ ਸਿਮਰਨ ਨੂੰ ਛੱਡ ਦਿਓ, ਤੁਸੀਂ ਮੇਰੇ ਕੋਲ ਆ ਜਾਓ, ਤੁਹਾਨੂੰ ਬਹੁਤ ਸੋਹਣੇ ਸੋਹਣੇ ਸੋਨਿਆਂ ਦੇ ਬਰਤਨ, ਚਾਂਦੀ ਦੇ ਬਰਤਨ, ਸੋਨੇ ਦੇ ਮੰਦਰ ਅਤੇ ਵਸਤਰ ਦੇਵਾਂਗਾ, ਤੁਸੀਂ ਵਧੀਆ ਜੀਵਨ ਗੁਜ਼ਾਰੋਗੇ। ਇੱਥੇ ਤੁਸੀਂ ਭਗਤੀ ਕਰ ਰਹੇ ਹੋ, ਆਪਣੇ ਆਪ ਨੂੰ ਕਸ਼ਟ ਦੇ ਰਹੇ ਹੋ, ਇਸ ਤੋਂ ਬਹੁਤ ਵਧੀਆ ਹੈ ਕਿ ਤੁਸੀਂ ਮੇਰੇ ਕੋਲ ਆ ਜਾਓ। ਬਾਬਾ ਨੰਦ ਸਿੰਘ ਜੀ ਨੇ ਕਿਹਾ ਕਿ ਮੈਂ ਤੁਹਾਡੇ ਕੋਲ ਬਿਲਕੁਲ ਵੀ ਨਹੀਂ ਆ ਸਕਦਾ, ਕਿਉਂਕਿ ਮੈਂ ਆਪਣੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਭਗਤੀ ਕਰ ਰਿਹਾ ਹਾਂ, ਉਹਨਾਂ ਦੇ ਚਰਨਾਂ ਦੇ ਨਾਲ ਜੁੜਿਆ ਹਾਂ। ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਪਰਮਾਤਮਾ ਦਾ ਨਾਮ ਜਪਣਾ ਹੈ। ਬਾਬਾ ਨੰਦ ਸਿੰਘ ਜੀ ਨੇ ਇਹ ਸਾਰਾ ਕੁਝ ਕਲਯੁਗ ਨੂੰ ਕਿਹਾ। ਇਹ ਸਭ ਸੁਣ ਕੇ ਬਾਬਾ ਜੀ ਹੈਰਾਨ ਵੀ ਹੋਏ, ਪਰ ਬਾਬਾ ਜੀ ਨੂੰ ਗੁੱਸਾ ਵੀ ਬਹੁਤ ਆਇਆ ਅਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਸਤਿਗੁਰ ਦੇ ਚਰਨਾਂ ਦੇ ਵਿੱਚ ਪਹਿਲਾਂ ਵੀ ਜੁੜਿਆ ਹਾਂ ਅਤੇ ਹੁਣ ਜੁੜ ਕੇ ਹੀ ਰਹਾਂਗਾ। ਮੈਂ ਸਤਿਗੁਰ ਦੀ ਭਗਤੀ ਕਰਦਾ ਹਾਂ ਅਤੇ ਭਗਤੀ ਕਰਦਾ ਰਹਾਂਗਾ। ਬਾਬਾ ਜੀ ਨੇ ਕਿਹਾ ਕਿ ਮੈਂ ਆਪਣੇ ਸਤਿਗੁਰ ਦਾ ਲੜ ਕਦੇ ਵੀ ਨਹੀਂ ਛੱਡਾਂਗਾ। ਬਾਬਾ ਜੀ ਨੇ ਉਸ ਵਕਤ ਕਲਯੁਗ ਨੂੰ ਕਿਹਾ ਜੋ ਤੂੰ ਕਰਨਾ ਹੈ ਤੂੰ ਕਰ ਸਕਦਾ ਹੈ। ਕਲਯੁਗ ਉੱਥੇ ਬੜਾ ਹੈਰਾਨ ਹੋਇਆ ਅਤੇ ਘਬਰਾਇਆ ਅਤੇ ਕਲਯੁਗ ਨੇ ਕਿਹਾ ਕਿ ਅੱਜ ਮੈਂ ਕੁਝ ਵੀ ਨਹੀਂ ਕਰ ਸਕਦਾ, ਕਿਉਂਕਿ ਤੁਹਾਡੇ ਕੋਲ ਸੁਖਮਨੀ ਦੀ ਸ਼ਕਤੀ ਹੈ। ਭਾਵ ਬਾਬਾ ਜੀ ਹਰ ਵਕਤ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਸਨ ਅਤੇ ਉਹਨਾਂ ਨੇ ਆਪਣੇ ਸੇਵਕਾਂ ਨੂੰ ਵੀ ਇਹੀ ਕਿਹਾ ਸੀ ਕਿ ਤੁਸੀਂ ਹਮੇਸ਼ਾ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ। ਕਲਯੁਗ ਦੀ ਵੱਡੀ ਕਮਜ਼ੋਰੀ ਸੁਖਮਨੀ ਸਾਹਿਬ ਹੈ। ਸੁਖਮਨੀ ਸਾਹਿਬ ਦਾ ਨਾਮ ਜਪੋਗੇ, ਭਗਤੀ ਕਰੋਗੇ ਤਾਂ ਕਲਯੁਗ ਤੁਹਾਡੇ ਨੇੜੇ ਨਹੀਂ ਆਏਗਾ। ਬਾਬਾ ਨੰਦ ਸਿੰਘ ਜੀ ਨੇ ਆਪਣੇ ਬਚਨਾਂ ਦੇ ਵਿੱਚ ਇਹ ਗੱਲ ਬੜੀ ਅਹਿਮ ਰੱਖੀ ਹੈ ਕਿ ਸਾਨੂੰ
ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ। ਉਸ ਵਕਤ ਕਲਯੁਗ ਬਾਬਾ ਨੰਦ ਸਿੰਘ ਜੀ ਦਾ ਕੁਝ ਵੀ ਨਹੀਂ ਵਿਗਾੜ ਸਕਿਆ, ਕਿਉਂਕਿ ਉਸ ਦਾ ਕਹਿਣਾ ਸੀ ਕਿ ਤੁਹਾਡੇ ਕੋਲ ਸੁਖਮਨੀ ਦੀ ਸ਼ਕਤੀ ਹੈ ਅਤੇ ਉਸ ਵਕਤ ਉਹ ਕੁਝ ਵੀ ਨਹੀਂ ਕਰ ਸਕਿਆ। ਅਤੇ ਬਾਬਾ ਨੰਦ ਸਿੰਘ ਜੀ ਜਦੋਂ ਵੀ ਕਿਤੇ ਜਾਂਦੇ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਜਾਂਦੇ ਅਤੇ ਉਹਨਾਂ ਦੇ ਪਾਸ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਦੇ, ਉੱਚੀ ਸੁਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਨ ਦਾ ਉਪਦੇਸ਼ ਦਿੰਦੇ। ਇਸ ਤਰ੍ਹਾਂ ਬਾਬਾ ਨੰਦ ਸਿੰਘ ਜੀ ਦਾ ਸਾਹਮਣਾ ਕਲਯੁਗ ਦੇ ਨਾਲ ਹੋਇਆ। ਬਾਬਾ ਨੰਦ ਸਿੰਘ ਜੀ ਨੇ ਕਲਯੁਗ ਦੇ ਡੰਡਾ ਮਾਰਿਆ ਅਤੇ ਕਲਯੁਗ ਉਸ ਵਕਤ ਘਬਰਾ ਗਿਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਬਾਬਾ ਜੀ ਕੋਲ ਸੁਖਮਨੀ ਸਾਹਿਬ ਦੀ ਸ਼ਕਤੀ ਹੈ। ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ। ਕਮੈਂਟ ਵਿੱਚ ਬਾਬਾ ਨੰਦ ਸਿੰਘ ਜੀ ਦਾ ਸ਼ੁਕਰਾਨਾ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜ਼ਰੂਰ ਲਿਖਿਓ। ਹੋਰ ਸਾਖੀਆਂ ਦੀ ਜਾਣਕਾਰੀ ਪਾਉਣ ਲਈ ਲਾਲ ਬਟਨ ਨੂੰ ਨੱਪ ਕੇ ਸਬਸਕ੍ਰਾਈਬ ਜ਼ਰੂਰ ਕਰਿਓ। ਵਾਹਿਗੁਰੂ ਜੀ।